सूरवीर गति के नाल इस जग के मैदान में शहीदी पा लवा आखो सतनाम। सूरिया का काम होता है मैदान में लड़ना, वैरियां नाल लड़ना। मैनू हुण प्यार दिया कंधा ना पाओ ते संगत जी धन बाबा अजीत सिंह जी हुण आप जंग के मैदान में जाण वास्ते बेकरार हुए फिरदे। अखीर गुरु गोबिंद सिंह महाराज जी ने कहते बाबा अजीत सिंह जी को अपने हथी तैयार किया, अपने हथी तैयार किया, कलगी सजाई है, पट्ठे विच तीर पाए ने, कहते कमर कसे सजाए ने। अज सजा करके गुरु गोबिंद सिंह महाराज जी बड़े खुश होते। अज मेरा पुत लाड़ी मौत नूं विआउण चलिया, अज मेरा पुत लाड़ी मौत नूं विआउण चलिया। भाई दया सिंह नूं कहणगे मैनूं वधाई नहीं देनी, मैनूं वधाई देवो, मैनूं देवो वधाइयां जी। लाल मेरा मौत विआवण चले, देवो वधाइयां जी। लाल मेरा मौत विआवण चले, देवो वधाइयां जी। लाल मेरा मौत विआवण चले, देवो वधाइयां जी। लाड़े तरह अपने पुत नूं तैयार कर लिया। हुण लाड़े तरह तैयार करके गुरु गोबिंद सिंह महाराज को आशीर्वाद लिया। बाबा अजीत सिंह जी जंग के मैदान में गया बाबा अजीत सिंह जी कहते वारिया को भजना काज दिया। तन बाबा अजीत सिंह जी पट्ठे दे विचों तीर कढ़दे ने, कहते इधर तीर छड़ते ने उधर तो लाठा के ढेर ला देते ने। कहते सारी फौज में हड़कम मच गए, ऐसा बलवान योद्धा केड़ा आ गया। धन बाबा अजीत सिंह जी फौज के जरनैल के ऐसा योद्धा केड़ा आ गया, किसी ने दसिया वो कल की धरत पिता दा पुत्र आया। गोबिंद सिंह महाराज ने क्या सवा लाख से एक लगा, तब है गोबिंद सिंह संगत जी आखिर वैरी वेद ने धन बाबा अजीत सिंह जी जिधर को जाते ने तीरा दिया कथा करते ने। कहते अखीर पट्ठे विच तीर मुक के जिधर को जाते ने वैरी भी तां फट मारते ने शरीर ते। बाबा अजीत सिंह जी भी फट लग गए। संगत जी दूजे पासे अखीर पट्ठे विचों तीर मुकदे ने। धन बाबा अजीत सिंह जी ने कहते कमर कसे विचों शमशीर कटी, शमशीर कट के घोड़े पे सवार ने। कहते जिधर जाते ने बैरियां दे सिर लाई जाते ने। कहते कहते शमशीर के कृपान के दो टुटे हो गए थे, बरसा बन गया, बरसे का लड़े ने बरसा टुट के धरती ते डिग पिया। कहते गुरु गोबिंद सिंह महाराज जी का लाल अज बैरियां ने हमला किया, घोड़े को थले डिग गए, फिर खंजर के नाल लड़ना किया। अखीर जरनैल कहता इन्हू इवें नहीं जित्तिया जाना, इहदा नाम अजीत है,
ਤੇ ਇਹਨੇ ਕਿਹਾ ਮੈਂ ਜੱਗ ਵਿੱਚ ਕਦੇ ਵੀ ਜੀਂਦਾ ਨਹੀਂ ਜਾਊਂਗਾ, ਜੱਗ ਵਿੱਚ ਕਦੇ ਵੀ ਜਿੱਤ ਨਹੀਂ ਸਕਦੇ ਵੈਰੀ, ਇਹਨੂੰ ਐਵੇਂ ਨਹੀਂ ਜਿੱਤਿਆ ਜਾਣਾ। ਸਾਰੇ ਇਕੱਠੇ ਹੋ ਕਰਕੇ ਇੱਕ ਵਾਰ ਕਰੋ, ਸਾਰੇ ਇਕੱਠੇ ਹੋਏ ਨੇ ਫੌਜ ਤੇ ਧੰਨ ਬਾਬਾ ਅਜੀਤ ਸਿੰਘ ਨੇ ਹਮਲਾ ਕੀਤਾ। ਹੁਣ ਕੱਲਾ ਬਾਬਾ ਅਜੀਤ ਸਿੰਘ ਜੀ ਹਜ਼ਾਰਾਂ ਦੀ ਗਿਣਤੀ ਹੈ, ਕਹਿੰਦੇ ਵੈਰੀਆਂ ਨੇ ਫੱਟ ਮਾਰੇ ਨੇ। ਇਤਿਹਾਸਕਾਰ ਲਿਖਦੇ ਨੇ ਧੰਨ ਬਾਬਾ ਅਜੀਤ ਸਿੰਘ ਜੀ ਨੇ 392 ਫੱਟ ਆਪਣੇ ਸਰੀਰ ਤੇ ਖਾਧੇ, 392 ਫੱਟ ਸਰੀਰ ਤੇ ਖਾਧੇ ਨੇ, ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਅੱਗੇ ਧੰਨ ਬਾਬਾ ਅਜੀਤ ਸਿੰਘ ਜੀ ਲੜਦੇ ਲੜਦੇ ਧਰਤੀ ਤੇ ਡਿੱਗ ਕੇ ਸ਼ਹੀਦੀ ਪਾ ਜਾਂਦੇ ਨੇ। ਆਖੋ ਸਤਿ ਸ਼ਹੀਦੀ ਪਾ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੜੇ ਹੋਏ ਬੜੇ ਖੁਸ਼ ਹੁੰਦੇ। ਹੁਣ ਜੁਝਾਰ ਸਿੰਘ ਕੋਲ ਇਹ ਗੱਲ ਨਹੀਂ ਵੇਖੀ ਵੀ ਬਰਦਾਸ਼ਤ ਨਹੀਂ ਹੋਈ। ਜੁਝਾਰ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਵੱਡਾ ਵੀਰ ਸੀ, ਅਸੀਂ ਇਕੱਠੇ ਖੇਡਦੇ, ਇਕੱਠੇ ਖਾਂਦੇ ਪੀਂਦੇ ਸੀ, ਇਕੱਠੇ ਪਿਆਰ ਨਾਲ ਰਹਿੰਦੇ ਸੀ। ਮੇਰਾ ਵੀਰ ਸੀ ਹੋ ਗਿਆ, ਮੈਨੂੰ ਵੀ ਜਲਦੀ ਆ ਗਿਆ। ਦੇਵ ਆ ਗਿਆ ਪਿਤਾ ਜੀ ਮੇਰੇ ਜੱਗ ਵਿੱਚ ਸੱਚੇ ਪਾਤਸ਼ਾਹ ਇੱਕ ਨੂੰ ਕੋਲ ਰੱਖ ਲਓ। ਅਸੀਂ ਜਿਉਂਦੇ ਆ, ਅਸੀਂ ਜੱਗ ਦੇ ਮੈਦਾਨ ਵਿੱਚ ਜਾਂਦੇ ਹਾਂ। ਧੰਨ ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ, ਧੰਨ ਬਾਬਾ ਜੁਝਾਰ ਸਿੰਘ ਜੀ ਫਿਰ ਕਿਹਾ ਉਹ ਮੈਨੂੰ ਰੋਕੋ ਨਾ, ਮੇਰਾ ਵੀਰ ਉਡੀਕਾਂ ਕਰਦੇ। ਅਸੀਂ ਦੋਵਾਂ ਦੇ ਇਕੱਠਿਆਂ ਦੇ ਸਾਡੇ ਮੇਰਾ ਵੀਰ ਮੇਰੀ ਉਡੀਕ ਕਰਦੇ, ਮੈਨੂੰ ਵੀ ਜਲਦੀ ਟਾਈਮ ਨਾ ਲਾਵੋ। ਸੱਚੇ ਪਾਤਸ਼ਾਹ ਜਲਦੀ ਮੇਰੇ ਵੀ ਕਲਗੀ ਸਜਾਓ, ਕਮਰ ਕਸਾ ਕਰੋ ਤੇ ਮੈਨੂੰ ਵੀ ਆਗਿਆ ਦਿਓ। ਜੁਝਾਰ ਸਿੰਘ ਜੀ ਦੀ ਆਗਿਆ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਜੰਗ ਦੇ ਮੈਦਾਨ ਵਿੱਚ ਗਏ ਨੇ। ਫਿਰ ਇੱਕ ਵਾਰ ਕਹਿੰਦੇ ਵੈਰੀਆਂ ਨੂੰ ਭਾਜੜਾ ਪਾ ਦਿੱਤੀਆਂ ਨੇ। ਧੰਨ ਬਾਬਾ ਜੁਝਾਰ ਸਿੰਘ ਜੀ ਕਰਦੇ ਅਖੀਰ ਸ਼ਹੀਦੀ ਪਾਉਂਦੇ ਨੇ। ਸੰਗਤ ਜੀ ਕਹਿੰਦੇ ਇਤਿਹਾਸਕਾਰ ਜਦੋਂ ਬਾਬਾ ਜੁਝਾਰ ਸਿੰਘ ਜੀ ਚੱਲੇ ਸੀ ਨਾ ਤੇ ਕਹਿੰਦੇ ਜਦੋਂ ਬਾਹਰ ਨਿਕਲੇ ਨਾ ਗੜੀ ਤੋਂ ਵਾਪਸ ਮੁੜ ਕੇ ਆ ਗਏ। ਕਹਿੰਦੇ ਮੁੜ ਕੇ ਵਾਪਸ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਡਰ ਗਿਆ ਤੂੰ ਮੁੜ ਕੇ ਵਾਪਸ ਆ ਰਿਹਾ, ਕੀ ਹੋਇਆ? ਪਿਤਾ ਜੀ ਇੱਕ ਘੁੱਟ ਪਾਣੀ ਪੀਣਾ। ਪਿਤਾ ਜੀ ਇੱਕ ਘੁੱਟ ਪਾਣੀ ਪੀਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਹੁਣ ਪਾਣੀ ਨਹੀਂ ਮਿਲਦਾ, ਜੇ ਗਲੀ ਵਿੱਚ ਆਇਆ ਤੇ ਮੈਂ ਤੇਰੀ ਹਿੱਕ ਵਿੱਚ ਮਾਰ ਕੇ ਤੈਨੂੰ ਸ਼ਹੀਦ ਕਰ ਦੇਵਾਂ। ਚੱਲ ਹੁਣ ਮੈਦਾਨ ਵਿੱਚ ਜਾ ਕੇ ਵੈਰੀਆਂ ਦਾ ਖੂਨ ਪੀ ਕੇ ਪਿਆਸ ਬੁਝਾ। ਹੁਣ ਵੈਰੀਆਂ ਦਾ ਖੂਨ ਪੀ ਕੇ ਪਿਆਸ ਬੁਝਾ। ਧੰਨ ਬਾਬਾ ਜੁਝਾਰ ਸਿੰਘ ਜੀ ਹੁਣ ਮੈਦਾਨ ਵਿੱਚ ਜਾਂਦੇ ਨੇ। ਕਹਿੰਦੇ ਇੱਕ ਘੁੱਟ ਪਾਣੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਸੀ। ਆਖੋ ਸਤਿ। ਕਹਿੰਦੇ ਜੋਧਿਆਂ ਦਾ ਕੰਮ ਨਹੀਂ। ਆਖੋ ਸਤਿ। ਹੁਣ ਬਾਬਾ ਜੁਝਾਰ ਸਿੰਘ ਜੀ ਗਏ ਨੇ
ਤੇ ਮੈਦਾਨ ਵਿੱਚ ਮਿੱਥਲ ਕੇ ਪਾਟਾ ਮੱਚ ਜਾਂਦੀ ਹੈ। ਅਖੀਰ ਜੁਝਾਰ ਸਿੰਘ ਜੀ ਵੀ ਲੜਦੇ ਸ਼ਹੀਦੀ ਪਾ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕੱਚੀ ਗੜੀ ਤੋਂ ਖੜੇ ਹੋ ਕਰਕੇ ਵੇਖਦੇ ਨੇ, ਸੋਹਣੇ ਲਾਲਾ ਤੂੰ ਸ਼ਹੀਦ ਹੋਣੇ ਆਵੇ, ਉਹ ਛੱਡੇ ਸੀ ਜਕਾਰੇ ਮੁਰਾਰੇ, ਲਾਲਾ ਤੂੰ ਸ਼ਹੀਦ ਹੋਣੇ ਆਵੇ, ਉਹ ਛੱਡੇ ਸੀ ਜਕਾਰੇ ਮੁਰਾਰੇ, ਸੋਹਣੇ ਲਾਲਾ ਤੂੰ ਸ਼ਹੀਦ ਹੋਣੇ ਆਵੇ, ਛੱਡੇ ਸੀ ਜਕਾਰੇ ਮੁਰਾਰੇ, ਸੋਹਣੇ ਕਿਸੇ ਦੇ ਰੋਮਾਂ ਨੂੰ ਨਾ ਲੱਗ ਜਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਹੈ ਇਹ ਮੈਦਾਨ ਦੇ ਜੰਗ ਦੇ ਮੈਦਾਨ ਵਿੱਚ ਬੜਿਆਂ ਦੇ ਰੋਮ ਖੁੱਲੇ ਪਏ ਨੇ, ਬੜਿਆਂ ਦੇ ਦਸਤਾਰੇ ਉਤਰੇ ਪਏ ਨੇ, ਕਿਤੇ ਮੇਰਾ ਜੋੜਾ ਕਿਸੇ ਦੇ ਦਸਤਾਰੇ ਨੂੰ ਨਾ ਲੱਗ ਜਾਵੇ। ਜੋੜਾ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਫਕੀਰਾਂ ਵਾਲਾ ਵੇਸ਼ ਬਣਾ ਕਰਕੇ ਚਮਕੌਰ ਦੀ ਗੜੀ ਨੂੰ ਛੱਡਣਾ ਕਰ ਲੱਗਦੇ ਪਏ ਨੇ। ਭਾਈ ਦਇਆ ਸਿੰਘ ਦੇ ਮਨ ਵਿੱਚ ਦਇਆ ਆਈ ਹੈ। ਸੱਚੇ ਪਾਤਸ਼ਾਹ ਅਜੀਤ ਤੇ ਜੁਝਾਰ ਦੀ ਲਾਸ਼ ਪਈ ਹੈ। ਸੱਚੇ ਪਾਤਸ਼ਾਹ ਮੈਂ ਆਪਣੀ ਦਸਤਾਰ ਦੇ ਦੋ ਟੋਟਕੇ ਬਣਾ ਕਰਕੇ ਤੁਹਾਨੂੰ ਦੇਣਾ। ਦੋਵੇਂ ਲਾਲਾਂ ਦੇ ਮੁਖ ਢੱਕ ਦੇਵੋ, ਆਖੋ ਸਤਿ। ਦੋਵਾਂ ਲਾਲਾਂ ਦੇ ਮੁਖ ਢੱਕ ਦੇਵੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਜੇ ਮੈਂ ਮੁਖ ਢੱਕਾਂਗਾ ਤੇ ਬਾਕੀ ਸੈਂਤੀਆਂ ਦੇ ਵੀ ਢੱਕਾਂਗਾ, ਮੈਂ ਆਪਣੇ ਦੋਵਾਂ ਲਾਲਾਂ ਦੇ ਕਿਉਂ ਮੁਖ ਢੱਕਾਂ। ਭਾਈ ਦਇਆ ਸਿੰਘ ਜੀ ਫਿਰ ਕਹਿੰਦੇ ਨੇ ਸੱਚੇ ਪਾਤਸ਼ਾਹ ਬੜੇ ਪਿਤਾ ਨੇ ਅੱਜ ਤੱਕ ਕੋਈ ਵੀ ਪੁੱਤਰ ਆਪਣੇ ਪਿਤਾ ਤੋਂ ਕਫਨ ਲਿਆ ਬਿਨਾ ਨਹੀਂ ਗਿਆ। ਸੱਚੇ ਪਾਤਸ਼ਾਹ ਜਾਂਦੀ ਵਾਰ ਦਾ ਕਫਨ ਤੇ ਪਾ ਦੇਵੋ ਲਾਲਾ, ਜਾਂਦੀ ਵਾਰ ਦਾ ਕਫਨ ਪਾ ਦੇਵੋ, ਦੋਵਾਂ ਦੇ ਮੁਖ ਢੱਕ ਦੇਵੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਨਹੀਂ ਭਾਈ ਚੱਲ ਹੁਣ ਆਪਾਂ ਗਾਂ ਨੂੰ ਵਾਅਦੇ ਕਰੀਏ। ਅਜੇ ਤਾਂ ਸਿੰਘਾਂ ਦੀਆਂ ਵਾਟਾਂ ਬੜੀਆਂ ਲੰਮੀਆਂ ਨੇ, ਅਜੇ ਤੇ ਸਿੱਖੀ ਦੀਆਂ ਵਾਟਾਂ ਬੜੀਆਂ ਲੰਮੀਆਂ ਨੇ। ਭਾਈ ਦਇਆ ਸਿੰਘਾ ਪਹਿਲਾਂ ਹੀ ਮੋਹ ਦੇ ਜਾਲ ਵਿੱਚ ਸਾਨੂੰ ਫਸਾ ਰਹੇ ਆ। ਆਖੋ ਸਤਿਨਾਮ। ਪਹਿਲਾਂ ਹੀ ਮੋਹ ਦੇ ਜਾਲ ਵਿੱਚ ਫਸਾਉਣਾ ਪਿਆ ਹੈ। ਤੇ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵਕਤ ਸੰਗਤ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਬਾਹਰ ਆਉਂਦੇ ਨੇ। ਦੋਵਾਂ ਹੱਥਾਂ ਦੇ ਨਾਲ ਤਾੜੀ ਮਾਰੀ ਹੈ। ਤਾੜੀ ਮਾਰ ਕੇ ਕਿਹਾ ਉਹ ਸਿੱਖਾਂ ਦਾ ਗੁਰੂ ਚੱਲਿਆ, ਜੇ ਕਿਸੇ ਵਿੱਚ ਹਿੰਮਤ ਹੈ ਰੋਕ ਲਓ। ਭਾਈ ਦਇਆ ਸਿੰਘ ਜੀ ਨੇ, ਭਾਈ ਮਾਨ ਸਿੰਘ ਜੀ ਨੇ ਉੱਚੀ ਉੱਚੀ ਜੈਕਾਰੇ ਲਾਏ ਨੇ। ਕਹਿੰਦੇ ਜੈਕਾਰੇ ਲਾਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜ਼ੋਰ ਦੀ ਤਾੜੀ ਮਾਰਦੇ ਨੇ। ਕਹਿੰਦੇ ਜਿੰਨੀ ਫੌਜ ਬੈਠੀ ਸੀ ਨਾ ਉੱਠ ਕੇ ਦੌੜੀ ਹੈ। ਚਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਈਏ ਤੇ ਕੀਮਤੀ ਨਾਮ ਜਿੱਤਣਾ। ਜਿੱਦਾਂ ਹੀ ਫੌਜ ਦੌੜੀ ਹੈ
कहते आपस में ही लड़ लड़ के मर गए ने। आखो सतनाम। आपस में ही लड़ लड़ के मर गए ने। कहते धन गुरु गोबिंद सिंह महाराज अगा ने भाई दया सिंह जी मान सिंह जी पिछे रह गए। गुरु गोबिंद सिंह महाराज अगा हो करके माचूवाड़े के जंगलों वाल वध के ने अज चमकौर की गढ़ी दे विच संगत जी धन गुरु गोबिंद सिंह महाराज अज चमकौर की गढ़ी को छड्ड के चले ने। अज संगत जी कोल घोड़ा नहीं, सिर ते तोड़ा नहीं, कलगी नहीं, पैर विच जोड़ा नहीं। अज फकीरां वाला वेश बना के गुरु गोबिंद सिंह महाराज तुर भेटो चले। मांग फकीरां मालिक दुनिया। चारे पासे कटे कहते झाड़ियां जड़ियां ने बड़िया सूड़ा वालियां ने। धन गुरु गोबिंद सिंह महाराज जिवें जंगल विच वड़दे ने कहते पैरां दे विच सूड़ा चुकिया। अज जिहड़ा शरीर ते जामा पाया ना कहते जामा भी लीरो लीर होई जांदा कटे लग लग के। सारियों कहते हैं ओ प्यारी जिसे जामली जोड़ा जामली रोली
मीरा वाल तुरते उठे ने भाई दया सिंह जी ने जाके चरना विच नमस्कार की। सच्चे पातशाह तुहानू इन्नी बुरी नींद किदां आ गई? भाई दया सिंह जी ने फिर कहा, मित्र प्यारे नू हाल बुरी तरह कर दुध बिन रोग रजाइयां दा मुंडन नाग निवासां दे सूल सराही खंजर प्याला बिग कसाइयां दा सहना जारड़े दा सब सत्तर चंगा पट खेड़िया दा। कहते परमात्मा वाहिगुरु जी दा हुक्म है सानू मनना पैना है। गुरु सतसंग अज गुरु गोबिंद सिंह महाराज जी दा सारा जामा लीलो लील होया वेखे गुरु गोबिंद सिंह महाराज जी कोल तुरिया नहीं जा रहा। कहते भाई गुलाबा आया, गुलाबा पसंद आया। गुरु गोबिंद सिंह महाराज ने तकिया नमस्कार की है। कहते गुलाबे ने शाम गुरु गोबिंद सिंह महाराज ने अपने नाल अपने घर लै गए। जाके जल पानी मलम पट्टी की है। गुरु गोबिंद सिंह महाराज फिर 9 बार 9 हो गए ने। थोड़े दिनों में सतगुरु जी फिर तगड़े हो गए ने। फिर गुरु गोबिंद सिंह महाराज जी ने जो कमजोरी सी शरीर में सारी ठीक हो गई है। क्योंकि चिंता सी ना कि तेरे एक गलती करके भी मेतों खालसे पंथ की सेवा ना होनी जावे। लोगों ने कहना गुरु गोबिंद सिंह महाराज सारे उपदेश देते हैं आप चले किते एक मेरे परिवार की भुल करके या मेरी भुल करके खालसे पंथ की सेवा अधूरी ना रहे। किधरों हार का मुंह ना वेखीए। कहते गुरु गोबिंद सिंह महाराज छकिया भी कुछ नहीं करिया करते सी कोई सत्संग। अज भाई गुलाबे ने पूरे अदब सत्कार के नाल सतगुरु जी को जल पानी छकाया। सतगुरु जी ने खुश होके छकिया। उधर कहते 9 पो दी सवेर जड़ी है ना भाई संगत सिंह जी ते कुछ सिंह चमकोड़ की गड़ी विच सी। अखीर बहुत चिर लड़ते रहे ने। वैरियां दे अगे 3 जणियां दा जोर नहीं चलिया। बहुत चिर हो गया। हौली हौली वैरी कहते चमकोड़ की गड़ी विच प्रवेश हुए ने। कहते जो ही प्रवेश हुए ने भाई संगत सिंह जी ने गाह वध के लड़ते लड़ते भाई संगत सिंह जी नाल दे सिंह भी शहादत दा जहां पी जाते। अखीर गुरु गोबिंद सिंह महाराज जी दा मुख भाई संगत सिंह दे नाल रदा सी ना। कहते वैरी बड़े खुश हुए ते कहते भाई संगत सिंह जी दा सीस वढ़ के नेजे ते टंग लिया। नेजे ते टंग के ते खुशी मनाते ने असी गुरु गोबिंद सिंह महाराज जी नूं जंग दे मैदान दे जंग विच हरा दिता। अज गुरु गोबिंद सिंह जी दा साडे कोल सीस है। संगत जी वेखो भाई संगत सिंह जी दी बहादुरी जिन्हां दे नाल प्यार करते ने ना। संगत जी गुरु गोबिंद सिंह महाराज जी ते उन्हां दे सिंह आखिरी सवासां तक सिੱਖੀ ਨੂੰ ਨਿਭਾਉਂਦੇ ਨੇ। ਆਖੋ ਸਤਿਨਾਮ। ਉਧਰ ਕਹਿੰਦੇ ਤੁਰਕੂ ਬ੍ਰਾਹਮਣ ਇੱਕ ਦਿਨ ਕੁੰਭੇ ਮਾਸ਼ਕੀ ਦੀ ਛਪਰੀ ਦੇ ਵਿੱਚ ਸਾਹਿਬਜ਼ਾਦਿਆਂ ਨੇ 7 ਪੋਹ ਦੀ ਸਵੇਰ ਕੱਟੀ ਹੈ। ਰਾਤ 8 ਪੋਹ ਦੀ ਪੈ ਗਈ ਹੈ। ਕੁੰਭੇ ਮਾਸ਼ਕੀ ਦੀ ਛਪਰੀ ਵਿੱਚ ਸਾਹਿਬਜ਼ਾਦੇ ਰਹੇ। ਵਾਟਾਂ ਲੰਮੀਆਂ ਸੰਗਤ ਜੀ ਛੋਟੀਆਂ ਜਿੰਦਾਂ ਨੇ। कहते माता भी अज बुजुर्ग है। धन माता गुजर कौर भी बुढ़े हो गए। संगत जी दादी बुढ़ी दादी मां भी परवाह नहीं करती। लाला नूं समझाउंदी है ते गंगू दे नाल तुरदी है। कुंभा माशकी जिन्नू प्यार करके है वेखिया कोई राहगीर जा रहे पुछया कौन हो। दसना कीता असी गुरु गोबिंद सिंह महाराज जी दे लाल ते ये माता गुरु गोबिंद सिंह महाराज जी दे कहते कुंभे माशकी नूं चाह चढ़ गई। अपनी कखां दी कुली विच लेके गए। लाला दे वस्त्र बदलाए ने सुके वस्त्र पहनाए ने। गुरु गोबिंद सिंह महाराज जी दे लाला नूं माता जी नूं रात कटाई है। कहते रात कटाई है बड़े प्यार दे नाल जो कुछ बणिया उन्हें सिखाना कीता। सवेर हुई है। गंगू ब्राह्मण कहण लगा माता जी हुण की करिए किधर नूं चलीए। नाल ही मेरा पिंड
ਸਹੇਲੀ ਕਹਿੰਦਾ ਮਾਤਾ ਜੀ आओ मैं ਤੁਹਾਨੂੰ ਆਪਣੇ ਘਰ ਲੈ ਜਾਵਾਂ ਮੈਂ ਵੀ ਬੜਾ ਚਿਰ ਗੁਰੂ ਘਰ ਦਾ ਨਮਕ ਖਾਦਾ ਹੈ ਬੜਾ ਲੰਮਾ ਸਮਾਂ ਮੈਂ ਗੁਰੂ ਘਰ ਦਾ ਰਸੋਈਆ ਰਿਹਾ ਮਾਤਾ ਜੀ ਮੇਰੇ ਘਰ ਬੱਚੇ ਬੜੇ ਸੇਫ ਰਹਿਣਗੇ ਇਹਨਾਂ ਨੂੰ ਤੱਤੀ ਆਵਾਜ਼ ਨਹੀਂ ਲੱਗਣ ਦੇਵਾਂਗਾ आओ मेरे नाल मेरे घर चली माता जी ਨੂੰ ਕਹਿੰਦੇ 8 ਪੋਹ ਦੀ ਸਵੇਰ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਲੈ ਜਾਂਦਾ ਕਹਿੰਦੇ 8 ਪੋਹ ਨੂੰ ਘਰ ਲੈ ਕੇ ਗਿਆ ਕਹਿੰਦੇ 8 ਪੋਹ ਦੀ ਰਾਤ ਮਾਤਾ ਜੀ ਉਹਨਾਂ ਨੇ ਗੰਗੂ ਬ੍ਰਾਹਮਣ ਦੇ ਘਰ ਕੱਟੀ ਹੈ ਕਹਿੰਦੇ ਫਿਰ ਰਾਤ ਨੂੰ ਗੰਗੂ ਬ੍ਰਾਹਮਣ ਦੇ ਸਾਹਿਬਜ਼ਾਦਿਆਂ ਨੂੰ ਬੜੇ ਪਿਆਰ ਦੇ ਨਾਲ ਰੱਖਿਆ ਇਹ ਨਹੀਂ ਉਹਨੇ ਪਿਆਰ ਨਹੀਂ ਕੀਤਾ ਬੜੇ ਪਿਆਰ ਨਾਲ ਰੱਖਿਆ ਮਾਤਾ ਜੀ ਨੇ ਸੋਚਿਆ ਹੁਣ ਆਪਣਾ ਘਰ ਗੰਗੂ ਆਪਣਾ ਹੈ ਤੇ ਸੰਗਤ ਜੀ ਵਿਸ਼ਵਾਸ ਕੀਤਾ ਮਾਤਾ ਜੀ ਨੇ ਜੋ ਕੀਮਤੀ ਸਮਾਨ ਸੀ ਨਾ ਜੋ ਕਮਰ ਕੱਸੇ ਵਿੱਚ ਬੰਨਿਆ ਸੀ ਕਹਿੰਦੇ ਕੱਢ ਕੇ ਅੰਗੀਠੀ ਉੱਤੇ ਰੱਖ ਦਿੱਤਾ ਆਪਣਾ ਸਮਝ ਕੇ ਰੱਖ ਦਿੱਤਾ पर संगत जी गंगू ब्राह्मण की नीयत बदल गई मन में सोचता सारी उम्र गुरु घर की रसोई दे विच काम कीता अज इन्हां कोल बहुत कीमती मोहरा ने क्यों ना मैं रात के हनेरे विच एक कीमती मोहरा नूं लुट लूं अद्धी रात नूं ना जदों रात का समा होया गंगू ब्राह्मण ने वेखिया माया मोह ते घर वाले नूं कहण लगा क्यों ना दुध विच कोई जहर आद मिला दईए इन्हां कोल बड़े कीमती समान है पहला सेवा करदा पर जदों माया वेखी है मन डोल गया तो सतनाम पापी कर्म कमावदे करदे हाय हुण प्यारिओ मन डोल गया माया वेख के मन डोले घर वाले नूं कहण गया इन्हां नूं जहर पा करके मार दईए घर वाली कहणगी कोई घर सद के भी लाला नूं किसी दी बेइज्जती कर कोई घर सद के भी मारदा तैनूं लोक लूण हरामी कहणगे गंगूआ ऐसा काम ना कर नहीं बने संगत जी अखीर अद्धी रात नूं गंगू उठिया मन विच लालच वधिया क्यों ना वो मोहरा वाली कुथली चुक के मैं लै आवां माता जी के कमरे विच गया बड़े प्यार दे नाल ये पैर रखदा हौली हौली पैर रखदा कहंदे जिथे आले विच माया रखी सी ना कहते इन्नी चक्की है चक करके माता जी ने पूछा कौन है संगत जी गंगू ने उची उची रोला पा दिता कहते चोर है माता जी कहणगे गंगूआ तेरे तो बिना इत्थे कोई नहीं है नहीं माता चोर है कहते रोला ना पा आंढ गुआंढ जागेगा ते सानू सिपाही फड़ के लै जाणगे गंगूआ रोला ना पा तेनू माया चाहिए रख ले एक ते गंगू कहणगा मैं घर रखे दूजा फिर ते माया का इल्जाम ला दिता रात की कहते बहुत बहस हुई अखीर गंगू नहीं मनता कहता मेरे को माया नहीं चोर लै गए ने माता जी कहते चल ठीक है फिर माता जी ने आराम करना कीता सवेरे वेखिया कि गंगू नाल गलबात कीती जावे इन्हें माया चोरी कीते किते रोला ना पा देवे इहदा मन बेईमान हुंदा दिसदा पिया रखो सतनाम किते रोला ना पा देवे बाहर जाके आवाज मारी है गंगू नूं गंगूआ किथे है घर वाली कहणगी कि हुणे ते इत्थे सी हुण पता नहीं किथे चला कहंदे सारी रात गंगू सुता नहीं कहंदे इहने आख्या जे सवेर चढ़ी माता जी ने फिर माया मारी कुछ क्यों ना पहला ही जा करके कोतवाली विच शिकायत कर दी जाए कहते मरिंडे गया मरिंडे जा करके इन्हें सवेरे ही सिपाहियां को जाके दसना कीता साहिबजादे ते माता मेरे कोल है मैं घर विच उन्हां नूं लैके आया ये नहीं दसिया मैं आप लैके आया कहते किसे करके मैं साहिबजादियां नूं अपने घर लैके आया सी मैं सोचिया बाहर तू फड़ा देवांगा तो सतनाम ये नहीं दसिया मैं माया चोरी की संगत जी सिपाही आए ने चल गंगूआ फिर किथे तेरा घर सहेली लैके सिपाहियां नूं नाल आ गया हुण संगत जी
ਧੰਨ ਮਾਤਾ ਗੁਜਰਪੁਰ ਸਾਹਿਬ ਜਾਂਦੇ ਆਰਾਮ ਕਰ ਰਹੇ ਸੀ। ਹੁਣ ਕਹਿੰਦੇ ਗੰਗੂ ਸਿਪਾਹੀ ਲੈ ਕੇ ਆਇਆ, ਆਂਢ ਗੁਆਂਢ ਇਕੱਠਾ ਹੋ ਗਿਆ। ਅੱਜ ਗੰਗੂ ਦੇ ਘਰ ਸਿਪਾਹੀ ਕਿਉਂ ਆਏ? लगता है आनंदपुर साहब तो कोई गलबात हुई है, इस करके सिपाही आए नहीं, क्योंकि ये गुरु गोबिंद सिंह महाराज जी का रसोईया से ये नहीं पता गंगू शिकायत करके साहबजादे ते माता नूं छुड़ाउण वास्ते ले कहते सिपाही आए ने धन गुरु गोबिंद सिंह महाराज जी की माता नूं ते साहबजादियां नूं फड़िया ते बड़े खुश होए ने। आखो सतनाम, बड़े खुश होए ने। हुण सोचदे ने अगे ते गुरु गोबिंद सिंह महाराज नूं फड़ नहीं सके, हुण की पता इन्हां बच्चियां करके गुरु गोबिंद सिंह महाराज नूं फड़ लवांगे। कहते सिपाही गुरु गोबिंद सिंह महाराज के ते माता ते साहबजादे नूं बेड़ियां ला करके मंडे कोतवाली विच रख गए। कहते सवेर हुई है, फिर कहते सूबे नूं वजीरे नूं दस्सिया कि साहबजादे माता साडे कोल। वजीदा बड़ा खुश होया, कहता जल्दी सरहद लै आओ। को सतनाम। कहते 11 पोह दी सवेर साहबजादे कहते वजीदे दे कोल पहुंच गए। वजीदे ने कचहरी सजाई है, साहबजादियां नूं सद्दिया गया। हुण साहबजादियां नूं सद्दिया है ते वजीदा कहणगा पहला की पता इन्हां नूं थोड़ा बहुत दंडित करो, डराओ इन्हां नूं, जे डरावांगे ते छेती मर जावणगे। कहते साहबजादियां नूं माता जी नूं खड़े करके कहते वैरी गुलेले भर के गोले मारदे ने। आखो सतनाम। कहते फतेह सिंह जी की अख के उत्ते गोला लगे, अख सुज गई है, खून वगदा। हुण कहते इन्हां नूं डराओ, इत्थे बस नहीं कीती। कहते दूत की पतली शक्ति लियादी गई है कि साहबजादियां ने मारनियां कीतियां ने। आखो सतनाम। 7 ते 9 साल दी जिंदा। कहते दूत की शक्ति की आप जी नूं पता कितनी दर्द होती है। कहते ज्यों ही लाला ने शरीर ते मारदे ने वैरी, कहते लाशां पै जांदियां ने। आखो सतनाम। लाशां दे विचों खून निकलदा है। ते हुण प्यारिओ अखीर वजीदे दी कचहरी विच पेश कीता गया साहबजादियां नूं। आखो सतनाम। धन गुरु गोबिंद सिंह महाराज जी दे लाल वजीदे दी कचहरी विच पेश होए ने। वजीदे ने कहना कीता, साहबजादिओ असीं तुहाडे पिता नूं शहीद कर दित्ता है, तुहाडे पिता दा सीस साडे कोल है, वो मैदान विच मारिया गया। तुसीं ईन मनो, इस्लाम कबूल कर लवो। हुण तुहाडा बागी प्यो मारिया गया। गुरु गोबिंद सिंह महाराज जी दे लाल कहणगे ऐसी कोई किरपान नहीं बनी, ऐसा कोई मां ने पुत नहीं जम्मिया जिहड़ा गुरु गोबिंद सिंह महाराज जी दा सीस वढ सके। आखो सतनाम। कहते भाई संगत सिंह जी दा सीस विखाया गया, इतिहास कर लिया। संगत जी गुरु गोबिंद सिंह महाराज जी की पछाण सी। साहबजादियां ने भाई संगत जी के सीस नूं नमस्कार कीती है, कह दिता ये साडे पिता दा सीस नहीं, ये साडे सिंघां दा सीस, ये साडे गुरु दा सीस है, ये वड्डियां दा सीस है। नमस्कार कीती है। संगत जी हुण साहबजादियां नूं मारिया गया ना, वजीदा कहणगा इस्लाम कबूल कर लो। हुण साहबजादे वेखदे ते वजीदे इस्लाम कबूल करने वास्ते कहता कबूल कर लो। साहबजादे कहते वजीदिया असीं अपना धर्म नहीं छड्ड सकदे। संगत जी वजीदा कहणगा जे धर्म नहीं छड्डोगे होर भयानक सजा देवांगे। साहबजादे कहते परवाह नहीं, असीं धर्म नहीं छड्ड सकदे। वजीदिया कर ले जो किछ करना,
कहते फिर जाना लै लवा के साहिबजादे कहणगे सानू जाना की परवाह नहीं है। सतनाम जिथे कल मरना उत्थे अज मर जाइए, पर असीं अपने धर्म ते पक्के रहना। वजीदा कहणगा जे नहीं मनते इन्हां दा जल पानी बंद करो ते इन्हां नूं ठंडे बुरज विच पा के अग कर दिओ। आखो सतनाम। कहते वजीदे ने माता गुजर कौर ते साहिबजादियां नूं ठंडे बुरज विच बंद कर दिता। क्या दिता? इन्हां नूं किसी ने पानी का घुट भी नहीं देना, किसी ने जल भी नहीं छकाउणा, किसी ने प्रसादा भी नहीं छकाउणा। जो छकाएगा उन्होंने भयानक तो भयानक सजा दी जाए। आखो सतनाम। माता जी फिर बार बार समझाते हैं, लालो नाग नाग ते लग जावे, बापू की चिट्ठी चाँद। लालो नाग नाग ते लग जावे, बापू की चिट्ठी चाँद। फिर इन्होंने तुहानू कहना कहते उधर सासल वेग ते बासल वेग जिन्हां दी सूबे की कचहरी जिन्हां दा केस चलदा सी उन्हां जलादां नू मरिंडे तो सद्या गया।
निके निकिया कलगिया सजा के तुरे सोने गातरे ते श्री साहब पाके तुरे निके निकिया कलगिया सजा के तुरे सोने गातरे ते श्री साहब पाके तुरे मोती नाम खड़ा रोवे तेल अचूआ दा चोवे मोती नाम खड़ा रोवे तेल अचूआ दा चोवे गाने उठाते शहीदियां दे जचदे बड़े जचदे बड़े जोरावर फतेह सिंह कोड़ी जड़े जी जोरावर फतेह सिंह कोड़ी जड़े सानू बोती नहीं शगना दी लोड़ सुबेआ हुण छेती छेती डोलियां तू तोर सुबेआ सानू बहुती नहीं शगना दी लोड़ सुबेआ हुण छेती छेती डोलियां तू तोर सुबेआ गंगूराम विचोला पैड़ा रख गया ओला गंगूराम विचोला पैड़ा रख गया ओला खड़े कंब गए जलाद हथी ते सेने फड़े ते सेने फड़े जोरावर फतेह सिंह कोड़ी जड़े जी जोरावर फतेह सिंह कोड़ी जड़े जिंदा कोमल ने निहाजे खड़ोण लगिया जिंदा कोमल ने निहाजे खड़ोण लगिया इट्टा लाड़ी दी सहेली बनू रोण लगिया इट्टा लाड़ी दी सहेली बनू रोण लगिया सुचा नंद गारा पावे सुचा नंद गारा पावे गोटी मौत नू सजावे गोटी मौत नू सजावे पैड़ियां जलाटा हथी ते सेने फड़े ते सेने फड़े जोरावर फतेह सिंह कोड़ी जड़े जी जोरावर फतेह सिंह कोड़ी जड़े ठंडे बुरज जे बैठी माता शगन करे जी शगन करे जोरावर फतेह सिंह कोड़ी जड़े जोरावर फतेह सिंह कोड़ी जड़े ਧੰਨਵਾਦ ਹੈ ਗੁਰੂ ਸੰਗਤ ਜੀ ਆਪਣੇ ਹਾਥੀ ਕਲਗੀ ਸ਼੍ਰੀ ਸਾਹਿਬ ਪਵਾ ਕਰਕੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ ਇਹ ਨੀ ਧੰਨ ਜੋਰਾਵਰ ਫਤਿਹ ਸਿੰਘ ਜੀ ਗਏ ਨੇ ਫਿਰ ਪੁੱਛਿਆ ਵਜੀਦੇ ਨੇ ਹਜੇ ਵੀ ਸਮਾਂ ਹੈ ਈਨ ਕਬੂਲ ਇਸਲਾਮ ਕਬੂਲ ਕਰ ਲਿਓ ਧਰਮ ਛੱਡ ਦਿਓ ਤੁਹਾਡੀਆਂ ਜਾਨਾਂ ਬਖਸ਼ ਦੇਵਾਂਗੇ ਸਾਹਿਬਜ਼ਾਦੇ ਕਹਿਣਗੇ ਸਾਨੂੰ ਜਲਦੀ ਤੋਂ ਜਲਦੀ ਜੋ ਫਤਵਾ ਲਾਇਆ ਉਹਦੇ ਵਿੱਚ ਖੜਾ ਕਰਕੇ ਸਜ਼ਾ ਦੇਣੀ ਕਰ ਸਭੀ ਦੀ ਸਮਾਂ ਵੀ ਹੋ ਚੁੱਕਾ ਹੈ 8:15 ਦਾ ਟਾਈਮ ਸੀ ਭਾਈ ਸਾਹਿਬ ਜੀ ਪ੍ਰਬੰਧਕ ਕਮੇਟੀ ਕਹਿਣਗੇ ਬਾਬਾ ਜੀ ਥੋੜਾ ਜਿਹਾ ਟਾਈਮ ਹੋਰ ਲਾ ਲਓ ਜੀ ਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਵੀ ਪੂਰਾ ਹੋ ਸਕੇ
ਕਿਉਂਕਿ ਥੋੜੇ ਸਮੇਂ ਦੇ ਵਿੱਚ ਇਤਿਹਾਸ ਸੁਣਾਇਆ ਨਹੀਂ ਜਾਂਦਾ, ਇਹਦੇ ਤੇ ਥੋੜਾ ਥੋੜਾ ਆਪਾਂ ਇਤਿਹਾਸ ਸਰਵਣ ਕੀਤਾ ਹੈ। ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ, ਸਾਹਿਬਜ਼ਾਦਿਆਂ ਦੀਆਂ ਸਿੱਖਿਆ ਬਹੁਤ ਨੇ ਸਾਡੇ ਵਾਸਤੇ। ਸੰਗਤ ਜੀ, ਇਤਿਹਾਸ ਨਵੇਲਾ ਬਹੁਤ ਵੱਡਾ, ਕਦੀ ਵੀ ਇਸ ਜਪੜੇ ਦੀ ਜ਼ਬਾਨ ਦੇ ਵਿੱਚ ਉਹਨਾਂ ਦੀ ਉਸਤਤ ਵਡਿਆਈ ਗਾਈ ਨਹੀਂ ਜਾ ਸਕਦੀ। ਸਾਹਿਬਜ਼ਾਦੇ ਹੁਣ ਨਹੀਂ ਮੰਨਦੇ, ਜਿੱਦਾਂ ਕਹਿਣ ਗਾ ਇਹਨਾਂ ਦੁਨੀਆਂ ਵਿੱਚ ਚਿੜੁੰਗਾਰਾ ਮੰਗਾਇਆ ਗਿਆ, ਇੱਟਾਂ ਮੰਗਾਈਆਂ ਗਈਆਂ ਨੇ। ਸਾਹਿਬਜ਼ਾਦਿਆਂ ਦੇ ਵਾਰਾਂ ਵਿੱਚ ਚਿੜਨਾ ਸ਼ੁਰੂ ਕੀਤਾ। ਫਤਿਹ ਸਿੰਘ ਦੇ ਕੋਲ ਕਹਿੰਦੇ ਦੀਵਾਰ ਆਈ ਹੈ, ਜਲਾਦ ਕਹਿੰਦੇ ਇੱਟ ਤੋੜ ਕੇ ਲਾਣ ਲੱਗੇ। ਫਤਿਹ ਸਿੰਘ ਕਹਿਣਗਾ ਭਾਈ ਇੱਟ ਤੋੜ ਕੇ ਨਹੀਂ ਲਾਣੀ, ਜੇ ਨਹੀਂ ਤੋੜ ਕੇ ਲਾਣੀ ਤੇ ਫਿਰ ਗੋਡੇ ਦੀ ਚੱਪਣੀ ਵੱਢਣੀ ਪੈਣੀ, ਗੋਡਾ ਵੱਢਣਾ ਪੈਣਾ, ਚੱਪਣੀ ਵੱਢਣੀ ਪੈਣੀ, ਲਾਣੀ। ਫਤਿਹ ਸਿੰਘ ਜੀ ਕਹਿਣਗੇ ਚੱਪਣੀ ਵੱਢ ਦੇ ਪਰ ਇੱਟ ਤੋੜ ਕੇ ਨਾ ਲਾਈ, ਇਹ ਖਾਲਸੇ ਪੰਥ ਦੀ ਇੱਟਾਂ ਨਹੀਂ। ਕਹਿੰਦੇ ਜਲਾਦ ਨੇ ਦੇਸਾ ਮਾਰਿਆ, ਚੱਪਣੀ ਵੱਢ ਦਿੱਤੀ ਤੇ ਸੰਗਤ ਜੀ ਫਤਿਹ ਸਿੰਘ ਜੀ ਫਿਰ ਵੀ ਖੜੇ ਹੋਏ, ਨੀਂਹ ਵਿੱਚ ਖੜੇ ਹੋਏ ਵੀ ਫਿਰ ਵੀ ਘਬਰਾਉਂਦੇ ਨਹੀਂ। ਤੇ ਸੰਗਤ ਜੀ ਨਾਲੇ ਪੜ੍ਹਦੇ ਨੇ, ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ, ਫਤਿਹ ਸਿੰਘ ਕਰੀ ਕਹਿੰਦੇ ਨੀਆਂ ਉੱਤੇ ਨੂੰ ਜਾਣ ਲੱਗ ਪਈਆਂ। ਜ਼ੋਰਾਵਰ ਫਤਿਹ ਸਿੰਘ ਵੱਲ ਵੇਖਦਾ, ਅੱਖਾਂ ਵਿੱਚੋਂ ਹੰਝੂ ਗੇਰਦਾ। ਫਤਿਹ ਸਿੰਘ ਕਹਿਣਗਾ ਵੀਰ ਤੂੰ ਵੱਡਾ ਹੋ ਕੇ ਰੋਈ ਜਾਂਦਾ, ਮੈਂ ਛੋਟਾ ਹੋ ਕੇ ਨਹੀਂ ਰੋਂਦਾ ਪਿਆ, ਤੂੰ ਕਿਉਂ ਰੋ ਰਿਹਾ? ਜ਼ੋਰਾਵਰ ਕਹਿਣਗਾ ਦੁਨੀਆ ਤੇ ਪਹਿਲਾਂ ਮੈਂ ਆਇਆ ਸੀ ਪਰ ਤੂੰ ਪਹਿਲਾਂ ਜਾ ਕੇ ਦਾਦੇ ਦੀ ਬੁੱਕਲ ਵਿੱਚ ਦਾਦੇ ਦੀ ਬੁੱਕਲ ਮਲ ਲੈਣੀ ਹੈ, ਮੈਂ ਇਸ ਕਰਕੇ ਰੋ ਰਿਹਾ। ਪਹਿਲਾਂ ਮੈਨੂੰ ਸ਼ਹੀਦੀ ਪਾਉਣੀ ਚਾਹੀਦੀ ਸੀ, ਪਹਿਲਾਂ ਮੈਂ ਸ਼ਹੀਦੀ ਪਾਉਂਦਾ, ਤੂੰ ਬਾਅਦ ਚ ਸ਼ਹੀਦੀ ਪਾਉਂਦਾ, ਪਰ ਤੂੰ ਛੋਟਾ ਹੈ ਤੇ ਅਗਰ ਪਹਿਲਾਂ ਨਹੀਂ ਆ ਜਾਣੀਆਂ ਨੇ ਮੇਰੇ ਤੋਂ ਦਰਬਾਰ ਚ ਹੋਣੀਆਂ ਨੇ। ਆਖੋ ਸਤਿ ਸ੍ਰੀ ਅਕਾਲ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਹਿਬਜ਼ਾਦਿਆਂ ਨੇ ਯਾਦ ਕੀਤਾ, ਦਰਸ਼ਨ ਹੋਏ ਨੇ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਹੱਸਦੇ ਹੱਸਦੇ ਨੀਆਂ ਵਿੱਚ ਚਿੜੇ ਜਾਂਦੇ ਨੇ। ਆਖੋ ਸਤਿ ਸ੍ਰੀ ਅਕਾਲ। ਨੀਆਂ ਚਿੜੀਆਂ ਗਈਆਂ ਨੇ, ਜਿਉਂ ਜਿਉਂ ਉੱਤੇ ਆਉਂਦੀਆਂ ਨੇ ਸਾਹਿਬਜ਼ਾਦਿਆਂ ਦੇ ਸਵਾਸ ਟੁੱਟੀ ਜਾਂਦੇ ਨੇ। ਅਖੀਰ ਨੀਆਂ ਪੂਰੀਆਂ ਹੋ ਗਈਆਂ ਨੇ। ਸੰਗਤ ਜੀ ਲੋਕ ਖੜੇ ਵੇਖਦੇ ਨੇ, ਕਹਿੰਦੇ ਸਿੱਖ ਕਹਿੰਦੇ ਮਿੱਟੀ ਕੋਲ ਇੱਟਾਂ ਕੋਲ ਆਪਣਾ ਭਾਰ ਨਹੀਂ ਚੱਲ ਸਕੇ। ਅੱਜ ਇੱਟਾਂ ਤੇ ਮਿੱਟੀ ਵੀ ਰੋਂਦੀ ਹੈ, ਸੂਬਿਆ ਤੇਰੇ ਕਰਕੇ ਸਾਨੂੰ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਸਾਨੂੰ ਵੀ ਲਾਂਤਾਂ ਪਾਈਆਂ ਨੇ।
ਕਹਿੰਦੀਆਂ ਨੀਆਂ ਜਿਹੜੀਆਂ ਸੀਟਾਂ ਭਾਰ ਦੇ ਸਹਾਰ ਸਕੀਆਂ ਥੱਲੇ ਡਿੱਗ ਜਾਂਦੀਆਂ ਨੇ। ਜਿਉਂ ਹੀ ਥੱਲੇ ਡਿੱਗਦੀਆਂ ਨੇ ਤੇ ਸੰਗਤ ਜੀ ਤਿਉਂ ਹੀ ਸਾਹਿਬਜ਼ਾਦੇ ਵੀ ਨਾਲ ਹੀ ਧਰਤੀ ਤੇ ਡਿੱਗ ਜਾਂਦੇ ਨੇ। ਕਦੀ ਕੁਝ ਸਵਾਸ ਚੱਲਦੇ। ਵਜੀਦੇ ਨੇ ਆਖਿਆ ਵੇਖੋ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਕਿ ਨਹੀਂ। ਵੇਖਿਆ ਜਲਾਦਾ ਨੇ ਦੱਸਿਆ ਕੁਝ ਸਵਾਸ ਚੱਲਦੇ। ਫਿਰ ਸੰਗਤ ਜੀ ਜਲਾਦਾ ਨੇ ਵਜੀਦੇ ਨੇ ਕਿਹਾ ਇਹਨਾਂ ਨੂੰ ਹੋਸ਼ ਵਿੱਚ ਲਿਆਓ। ਹੋਸ਼ ਵਿੱਚ ਲਿਆਂਦਾ ਗਿਆ, ਤਲੀਆਂ ਮਲੀਆਂ ਗਈਆਂ, ਹੋਸ਼ ਵਿੱਚ ਆਏ ਨੇ। ਫਿਰ ਪੁੱਛਿਆ ਸਾਹਿਬਜ਼ਾਦੀ ਹੋ ਜੇ ਵੀ ਤੁਹਾਡੀਆਂ ਜਾਨਾਂ ਬਚਾ ਲਵਾਂਗੇ, ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦੇ ਕਹਿਣਗੇ ਨਹੀਂ, ਹੁਣ ਤੇ ਅਸੀਂ ਸ਼ਹੀਦੀ ਪਾਉਣੀ ਹੈ। ਤੇ ਸੰਗਤ ਜੀ ਉਸ ਵਕਤ ਕਹਿੰਦੇ ਸ਼ਾਸਨ ਵੇਗ ਤੇ ਬਾਸ਼ਲ ਵੇਗ ਨੇ ਸਾਹਿਬਜ਼ਾਦਿਆਂ ਦੀਆਂ ਸਾਰਾ ਕੱਢ ਦਿੱਤੀਆਂ ਨੇ। ਸਾਰਾ ਦੇ ਉੱਤੇ ਕਹਿੰਦੇ ਛੁਰੀ ਚਲਾਈ ਹੈ, ਸਾਰਾ ਕਿਆ ਵੱਢ ਦਿੱਤੀਆਂ ਨੇ। ਸਾਹਿਬਜ਼ਾਦੇ ਤੜਫਦੇ ਨੇ ਕੋ ਸਤਿ ਸ੍ਰੀ ਅਕਾਲ। ਹੁਣ ਸਾਰਾ ਵੱਡੀਆਂ ਥੱਲੇ ਡਿੱਗੇ ਪਏ ਨੇ। ਸਾਹਿਬਜ਼ਾਦਿਆਂ ਦੇ ਪੈਰ ਹਿਲਦੇ ਨੇ, ਲੋਕ ਵੇਖਦੇ ਨੇ। ਨਾਲੇ ਸੂਬੇ ਨੂੰ ਲਾਂਤਾਂ ਪਾਉਂਦੇ ਨੇ। ਅੱਜ ਵੀ ਨੀਹਾਂ ਬੋਲਦੀਆਂ ਸਰਹੱਦ ਦੀਆਂ। ਬਾਕੀ ਸੁਭਿਆ ਇੱਕ ਹੀ ਕਹਿ ਅੱਜ ਵੀ ਨੀਹਾਂ ਬੋਲਦੀਆਂ ਸਰਹੱਦ ਦੀਆਂ। ਬਾਕੀ ਸੁਭਿਆ ਇੱਕ ਹੀ ਕਹਿ
ਸਰਹੱਦ ਦੇ ਵਿੱਚ ਸਾਹਿਬਜ਼ਾਦਿਆਂ ਦੀ ਇਹ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ।